लदड़ा नाले गुरपुरब पूरा पेटिया हर सज्जन लदड़ा नाले गुरपुरब पूरा पेटिया हर सज्जन लदड़ा नाले गुरपुरब पूरा पेटिया सज्जन लदड़ा नाले हर 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 सज्जन लदड़ा नाले गुरपुरब पूरा पेटिया हर सज्जन लदड़ा नाले गुरपुरब पूरा पेटिया हर सज्जन लदड़ा नाले। आ शब्द असी पिछली शब्द चौंकी च चलदा रखिया सी। इहदा पन्ना है 234 234 और ये असी वो शब्द लै रहे हाँ महल्ले चौथे दा गौड़ी महल्ला चौथा। शब्द तुहाडे सारिਆਂ ਦੇ ਹੱਥਾਂ 'ਚ है। ये शब्द की विलक्षणता है भी जिस तुक का भी एंड किया है तुक उत्थे एंड हुंदी है जिथे दो डंडियां आ जान सीधियां। जिथे भी तुक एंड होएगी उहदा अखीरला जिहड़ा लफ्ज़ होएगा उहदे नाल सियारी है सारे शब्द 'च। ये खोजियां वाली चीज़ है भी ये सियारी फालतू नहीं लाई सारियां ने। इस करके वो जे सियारी नाल ना हुंदी ते असी इनू नाल पढ़ना सी हर सज्जन लदड़ा नाल, लेकिन सियारी नाल ला के ते जिस घर च शब्द लिखिया है तपले दी ताल च उहदे नाल सियारी सानू बुलाउणी पैनी है। इसे करके असी गुरु महाराज ने जिन्नियां सियारियां लाइयां है गुंगियां नहीं है, बेअर्थ नहीं लाइयां। जिहड़े कहंदे जी सियारी बुलाउणी नहीं चाहिदी, ये बहुत और पूर्ण ब्रह्म ज्ञान है। इस करके देखो असी वो शब्द लै रहे हाँ जिहड़ा फिट ही तदे बैठेगा गाउण लगे जे नाल सियारी बुलावांगे। और विषय चल रहा है भी की असी संत भेटना कोई साध भेटना है कोई जां सतगुरु नूं भेटना है। ये तीन शख्सियतां तीन परसनैलिटीज़ जो बाणी जा रही संत साध ते सतगुरु ये अलहदा नूं असी भेटना है। और इसे दे उत्ते असी शब्द बरोल के सारे गुरु ग्रंथ साहब चों और उन्हां दे दर्शन करके असी ये ज्ञान इकट्ठा कर रहे हाँ। क्योंकि बरकत है ऐस तुक दी जो कानड़े दी वार च गुरु रामदास साहब लिखदा भी अगर तुसी संगत च बैठ के शब्द दी विचार करोगे गाओगे तो रब वरतेगा। तो उन्होंने लाइन दिती विच संगते हर प्रभ वरतदा बुझो शब्द विचार। कला बैठ के कोई किताब लिख दे कुछ अपने विचार दे दे उहदी अपनी मत होएगी। संगत च बैठ के जिहड़ा शब्द आ उहदे च बरकत पैंदी है। विच संगते हर प्रभ वरतदा बुझो शब्द विचार। इस करके उस च बरकत ये पेगी अपने आप अंदरों गाइडेंस होएगी भी ये शब्द तू गा रहा है देख ये सियारियां बुलाउणियां सारियां कुछ उहदे हिसाब नाल ही शब्द चलना है।
ਇਸ ਕਰਕੇ ਅਸੀਂ ਤਿੰਨ ਚੀਜ਼ਾਂ ਲਹਿਦਾ ਨਹੀਂ ਭੇਟਣੀਆਂ। ਕੋਈ ਵਰੋਲ ਕੇ ਸ਼ਬਦ ਲਿਆ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਪਈਏ ਇੱਕੋ ਵਿਅਕਤੀ ਹੈ ਜਿਹਦੀ ਬਾਡੀ ਨਹੀਂ ਹੈ, ਜਿਹਦੀ ਦੇਹ ਨਹੀਂ ਹੈ। ਕਿਉਂਕਿ ਪਹਿਲੇ ਹੀ ਜਪ 'ਚ ਜਿਹੜਾ ਮੁੱਢਲਾ ਗਿਆਨ ਹੈ ਸਾਡਾ, ਉਹ ਅਕਾਲ ਪੁਰਖ ਦਾ ਗਿਆਨ ਹੈ ਜੋ ਨਾਨਕ ਜੋਤ ਨੂੰ ਆਇਆ ਹੈ। ਉੱਤੇ ਮਹੱਲਾ ਕੋਈ ਨਹੀਂ, ਰਾਗ ਕੋਈ ਨਹੀਂ, ਔਰ ਲਖਾਰੀ ਕੋਈ ਨਹੀਂ ਹੈ ਪਤਾ ਲੱਗਦਾ, ਲੇਕਿਨ ਨਾਨਕ ਛਾਪ ਹੈ ਵਿੱਚ। ਇਸ ਕਰਕੇ ਉਸ 'ਚ ਲਿਖਿਆ ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਸ ਕਰਕੇ ਇੱਕੋ ਹੀ ਦੇਹ ਹੈ, ਉਹ ਹੈ ਅਕਾਲ ਪੁਰਖ ਆਪ ਔਰ ਸਤਿਗੁਰੂ ਸਾਹਿਬ, ਜਿਹਦੀ ਦੇਹ ਨਹੀਂ ਹੈ। ਉਹ ਜੋੜਨ ਵਾਲਾ ਲਿੰਕ, ਨਾਮ ਜਪਦਾ ਜਿਹੜਾ ਬੰਦਾ, ਉਹਨੂੰ ਜਿਹੜਾ ਜੋੜਨ ਵਾਲਾ ਹਾਰਾ ਅੰਦਰ ਆਉਂਦੀ ਹੈ, ਪਾਵਰ ਅੰਦਰ ਆ, ਵਜੂਦ ਹਸਤੀ ਆਉਂਦੀ ਹੈ, ਉਹਦੀ ਦੇਹ ਨਹੀਂ, ਉਹਨੂੰ ਸਤਿਗੁਰੂ ਕਿਹਾ ਹੈ। ਔਰ ਜਿਹਦੇ ਨਾਲ ਜੁੜਨਾ ਹੈ ਉਹ ਅਕਾਲ ਪੁਰਖ ਨਾਲ ਅਸੀਂ ਜੁੜਨਾ। ਇਸ ਕਰਕੇ ਕਿਸੇ ਦੀ ਦੇਹ ਨਹੀਂ ਹੈ। ਸਾਰੇ ਗਿਆਨ 'ਚ ਦੇਹੀ ਕੱਚੀ ਮੰਨੀ ਗਈ ਹੈ। ਜੇ ਤੁਸੀਂ ਦੇਹੀ ਨੂੰ ਕੋਈ ਵੀ ਧਿਆਨ 'ਚ ਲਿਆਓਗੇ, ਦੇਹੀ ਇਸ ਗਿਆਨ ਨਾਲ ਭੰਨੀ ਪਈ ਹੈ ਸਾਰੀ। ਦੇਹੀ 'ਚ ਕੋਈ ਚੀਜ਼ ਨਹੀਂ, ਨਾ ਸ਼ਬਦ ਦੇਹ 'ਚ ਹੈ, ਨਾ ਅਕਾਲ ਪੁਰਖ ਦੇਹ 'ਚ ਹੈ, ਨਾ ਸਤਿਗੁਰੂ ਦੇਹ 'ਚ ਹੈ, ਔਰ ਨਾ ਹੀ ਅਭਿਆਸੀ ਦੀ ਦੇਹ ਰਹਿੰਦੀ ਹੈ। ਉਹ ਵੀ ਸ਼ਬਦ ਰੂਪ ਹੋ ਜਾਂਦਾ। ਜਿੰਨੇ ਸੇਵਿਆ ਮੇਰਾ ਹਰਿ ਜੀ, ਤੇ ਹਰੇ ਹਰੇ ਰੂਪੇ ਸਮਾਸੀ, ਉਹਦੇ ਵਿੱਚ ਹੀ ਸਮਾ ਜਾਂਦੇ ਹੈ। ਲੇਕਿਨ ਇਹ ਐਡਾ ਵੱਡਾ ਗਿਆਨ ਆ, ਜਿਹੜੇ ਅਸੀਂ ਉਹ ਸ਼ਬਦ ਲਿਆ ਰਹੇ ਹਾਂ ਜਿਹੜੇ ਪ੍ਰਤੱਖ ਦੱਸਣਗੇ ਵੀ ਇੱਕ ਲਾਈਨ 'ਚ ਹੀ ਸੰਤ ਸਤਿਗੁਰ ਸਾਧ ਆ ਰਿਹਾ। ਇਸ ਕਰਕੇ ਸਤਿਗੁਰੂ ਉਹ ਜਿਹਦੀ ਦੇਹ ਨਹੀਂ ਹੈ ਔਰ ਜੁਗਾਂ ਤੋਂ ਹੈ, ਉਹ ਪਾਵਰ ਹਸਤੀ ਜਿਹੜੀ ਜੋੜਨ ਹਾਰੀ ਹੈ। ਸੋ ਸਤਿਗੁਰ ਵਾਹੋ ਜਿਨਨੇ ਹਾਰ ਸਿਓ ਜੋੜਿਆ। ਇਸ ਕਰਕੇ ਰੱਬ ਨਾਲ ਜੁੜਨਾ, ਉਹਦੇ ਵਿੱਚ ਜੋੜਨ ਵਾਲਾ ਲਿੰਕ ਜਿਹੜਾ ਹੈ ਉਹਨੂੰ ਸਤਿਗੁਰੂ ਕਿਹਾ ਹੈ। ਔਰ ਉਹਦੇ ਲਈ ਹੀ ਸੰਤ ਅਤੇ ਸਾਧ ਵਰਤਿਆ ਹੈ। ਜਿੱਥੇ ਪਲੂਰਲ ਆ ਜਾਏ ਬਹੁਤੇ ਸਾਰੇ ਸੰਤ ਜਾਂ ਸਾਰੇ, ਉਹ ਹੋਰ ਚੀਜ਼ ਹੈ। ਜਿੱਥੇ ਔਂਕੜ ਆ ਜਾਏ ਸੰਤ ਨੂੰ, ਸਾਧ ਨੂੰ, ਔਰ ਸਤੇ ਗੁਰ ਨੂੰ ਵੀ ਔਂਕੜ ਹੈ ਅਖੀਰ 'ਤੇ। ਇਸ ਕਰਕੇ ਇੱਕੋ ਵਿਅਕਤੀ ਦੇ ਨਾਂ ਹੈ। ਅਸੀਂ ਗੁਰਪੁਰਖ ਪੂਰਾ ਭੇਟਣਾ ਹੈ। ਜਿਹਦੀ ਦੇਹ ਹੋਏਗੀ ਉਹ ਸਦਾ ਹੀ ਅਧੂਰਾ ਹੋਏਗਾ। ਇਹ ਬਾਣੀ ਦਾ ਰੂਲ ਹੈ ਸਾਰੇ ਇਸ ਗਿਆਨ ਦਾ ਵੀ ਸ਼ਬਦ ਆ ਗਏ ਤੁਮ ਪੂਰੇ ਹਮ ਊਰੇ। ਭਗਤ ਵੀ ਗੁਰੂ ਵੀ ਸਾਰੇ ਜਿਨ੍ਹਾਂ ਨੇ ਸ਼ਬਦ ਲਿਆਂਦੇ ਸਾਡੇ ਤੱਕ ਪਹੁੰਚਾਏ ਹੈ, ਉਹ ਸਾਰੇ ਆਪਣੇ ਆਪ ਨੂੰ ਊਰੇ ਕਹਿ ਰਹੇ। ਇੱਕ ਰੱਬ ਹੀ ਪੂਰਾ ਹੈ। ਇਸ ਕਰਕੇ ਉਹਦਾ ਪੂਰਾ ਸਾਡਾ ਗੁਰੂ ਵੀ ਪੂਰਾ ਉਹੀ ਹੈ, ਉਸੇ ਨੂੰ ਭੇਟਣਾ। ਇਸ ਕਰਕੇ ਸੰਤ ਸਾਧ ਸਤਿਗੁਰ ਪੂਰਾ ਭੇਟਣਾ ਕੀ ਹੈ? ਅਕਾਲ ਪੁਰਖ ਦਾ ਭੇਟਣਾ ਹੈ। ਔਰ ਉਹ ਫਿਰ ਸੱਜਣ ਲੱਦੜਾ ਨਾਲੇ ਉਹ ਪ੍ਰਗਟ ਹੋ ਜਾਂਦਾ ਅੰਦਰ ਸਤਿਗੁਰੂ। ਇਸ ਕਰਕੇ ਉਹ ਸੱਜਣ ਦੇ ਨਾਣੇ ਨੂੰ ਔਂਕੜ ਇੱਥੇ। ਉਹ ਸੱਜਣ ਬਾਹਰਲਾ ਸੱਜਣ ਨਹੀਂ ਹੈ, ਨਾ ਸੰਤ ਸੱਜਣ, ਨਾ ਕੋਈ ਦੂਸਰਾ, ਨਾ ਕੋਈ ਮਿੱਤਰ, ਨਾ ਅਸੀਂ ਅਨੇਕ ਸ਼ਬਦ ਗਾਂ ਲਿਆ ਰਹੇ ਹਾਂ। ਮਿੱਤਰ, ਮੀਤ, ਗੁਰਦੇਵ, ਪ੍ਰੀਤਮ, ਇਹ ਸਾਰੇ ਸਤਿਗੁਰੂ 'ਤੇ ਵਰਨਗੇ। ਜੇ ਥੋੜ੍ਹਾ ਜਿਹਾ ਗਿਆਨ ਸਮਝ ਲਈਏ, ਸਾਰੇ ਜਿਹੜੇ ਅਭਿਆਸੀ ਜਨ ਹੈ ਉਹ ਦੇਹ ਅਭਿਆਸ ਤੋਂ ਪਰੇ ਹੋ ਜਾਣ। ਇਸ ਕਰਕੇ ਦੇਹੀ ਸਾਰੇ ਗਿਆਨ 'ਚ ਅਸੀਂ ਗਿਆਨ ਦੇ ਜ਼ੋਰ ਦੇ ਨਾਲ, ਸਾਰੇ ਸ਼ਬਦਾਂ ਦੇ ਨਾਲ ਸਾਰੀ ਕੌਮ ਨੂੰ ਜਗਾ ਰਹੇ ਹਾਂ ਵੀ ਜਿਹੜੇ ਸੰਤ ਸਾਧ ਕਹਿਲਾਉਂਦੇ ਨੇ ਉਹ ਅੱਛਾ ਕੰਮ ਕਰ ਰਹੇ ਨੇ। ਪੰਜਾਬ 'ਚ ਨਸ਼ੇ ਛਡਾ ਰਹੇ ਨੇ, ਰੱਬ ਲਾ ਰਹੇ ਨੇ, ਚੰਗੇ ਬੰਦੇ ਲਾਉਂਦੇ ਆ। ਪਰ ਇਹ ਹਿੰਦੂਆਂ ਦੀ ਹਿੰਦੂ ਫਿਲਾਸਫੀ 'ਚ ਸੰਤ ਸਤਿਗੁਰ ਸਾਧ ਦੇਹ 'ਚ ਮੰਨਿਆ ਜਾ ਰਿਹਾ ਹੈ। ਹੁਣ ਵੀ ਸਾਡੇ ਕਈ ਸਿੱਖ ਭੁਲੇਖੇ ਜਾ ਕੇ ਬਾਣੀ ਧਿਆਨ ਨਾਲ ਨਹੀਂ ਦੇਖਦੇ, ਉਹ ਵੀ ਦੇਹ 'ਚ ਸਤਿਗੁਰੂ ਕਹਿਣ ਲੱਗ ਪੈਂਦੇ ਆ। ਲੇਕਿਨ ਨਹੀਂ, ਉਹ ਨਾਮ ਜਪਣ ਵਾਲੇ ਚੰਗੇ ਆ, ਉਹਨਾਂ ਨੂੰ ਵੀ ਗਿਆਨ ਰਾਹੀਂ ਅਸੀਂ ਸਾਰੀ ਸਾਂਝ ਕਰ ਰਹੇ ਹਾਂ। ਕਿਉਂਕਿ ਇਹ ਐਸਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਐਸਾ ਗਿਆਨ ਹੈ। ਇਹਦੇ ਹਿਸਾਬ ਦੇ ਨਾਲ ਅਸੀਂ ਇੱਕ ਪੁਆਇੰਟ ਨਖੇਰ ਰਹੇ ਹਾਂ ਵੀ ਸੰਤ ਸਾਧ, ਜਾਂ ਕਿਸੇ ਨੇ ਜੇ ਲਿਖ ਦਿੱਤਾ ਵੀ ਸਾਧ ਕੀ ਮਹਿਮਾ ਵੇਦ ਨਾ ਜਾਣਾ, ਉਹ ਸਾਧ ਸਤਿਗੁਰੂ ਹੈ। ਕਿਉਂਕਿ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ।
ਅਸੀਂ ਕਿਸੇ ਦੀ ਮਹਿਮਾ, ਉਹ ਬੰਦੇ ਦੀ ਮਹਿਮਾ ਨਹੀਂ ਹੈ ਕਿਸੇ ਦੀ। ਇਸ ਕਰਕੇ ਸਾਧ ਸੰਤ ਸਤਿਗੁਰ ਇਹ ਇੱਕੋ ਚੀਜ਼ ਦਾ ਭੇਟਣਾ ਹੈ ਅੰਦਰ, ਲਹਿਦਾ ਲਹਿਦਾ ਤਿੰਨ ਪਰਸਨੈਲਿਟੀਆਂ ਅਸੀਂ ਧਿਆਨ 'ਚ ਨਹੀਂ ਲਿਆ ਸਕਦੇ। ਇਸ ਕਰਕੇ ਐਡਾ ਜ਼ਰੂਰੀ ਵਿਸ਼ਾ ਹੈ ਔਰ ਭਖਦਾ ਹੈ। ਸਾਰੀ ਕੌਮ ਭੋਲੇ ਭਾ ਹੀ, ਔਰ ਜਿਨ੍ਹਾਂ ਨੂੰ ਸਮਝਦੀ ਹੈ ਵੀ ਇਹ ਬਾਣੀ 'ਚ ਇਹਨਾਂ ਲਈ ਇਹ ਸ਼ਬਦ ਲਿਖੇ ਆ, ਜਾਂ ਕੋਈ ਵੀ ਜਥਾ, ਕੋਈ ਵੀ ਮਹਾਂਪੁਰ, ਕੋਈ ਵੀ ਸੰਗਤ ਬੈਠੀ ਹੈ ਔਰ ਉਹ 'ਚੋਂ ਸਾਫ ਇਹ ਮੰਨੀ ਬੈਠੇ ਆ, ਉਹਨਾਂ ਦਾ ਕਸੂਰ ਨਹੀਂ ਹੈ। ਕਿਸੇ ਨਾ ਇਸ ਐਂਗਲ ਤੋਂ ਬਾਣੀ ਅੱਜ ਸੇਧਾਂ ਸਿੱਖ ਸੰਗਤਾਂ ਤੱਕ ਪਹੁੰਚਾਈ ਨਹੀਂ ਹੈ। ਉਹ ਕਹਿੰਦੇ ਜੀ ਸਾਧ ਸੰਗਤ ਉਹਨੂੰ ਕਹਿੰਦੇ ਜਿੱਥੇ ਵਿੱਚ ਸਾਧ ਬੈਠਾ ਹੋਏ, ਆਲੇ ਦੁਆਲੇ ਸੰਗਤ ਬੈਠੀ ਹੋਵੇ। ਔਰ ਗੱਲ ਤਾਂ ਸਿੱਧੀ ਹੈ ਵੀ ਸਾਧ ਸੰਗਤ, ਲੇਕਿਨ ਅਸੀਂ ਪ੍ਰਮਾਣ ਦੇਈ ਆ ਰਹੇ ਹਾਂ ਵੀ ਕਭੂ ਸਾਧ ਸੰਗਤ ਤੇ ਪਾਵੈ, उस स्थान ते बौहर न आवे, उस स्थान का नहीं विनाश। वो अंदरली स्पिरिचुअल स्टेज है, बाहर निरी संगत है, अंदर साध संगत है। बाहर संगत है, अंदर संत संगत है। इस तरह साध संगत सतगुर की संगत सारी यही अंदर है। तो इस करके और बाकी सारे ही उरे है। जिहड़ा इंसान पैदा हुंदा है, जिस ने भी कोई जन्म लिया है, इंसान की जोन च है, वो पूरा नहीं असीं उन्होंने मन सकते। इस करके पूरा साडे नाल अकाल पुरख नूं मन के तां गुरु रामदास साहब ने शब्द लाया, गुरपुरख पूरा भेटिया हर सज्जन लदड़ा नाले। हुण नाले लमकाउणा पैना है। गुरपुरख पूरा भेटिया हर सज्जन लदड़ा, हर सज्जन लदड़ा नाले, हर सज्जन लदड़ा नाले। आ बार ढूंढन ते छूट पड़े, गुरे घर ही माहे दिखाया था। बाहर ढूंढत बहुत दुख पावे, घर अमृत घट माही जी। वो घट कहते जिसम नूं, बॉडी नूं कहते वो तो मेरे अंदर, इस बॉडी के अंदर ही मैनूं दसन लग पिया। जदों मैं वो चीज़ भेटी अंदर, तो जिहड़ा सज्जन वो सारा वो तो सब कुछ अंदर है। दुनिया बाहर भाल रही है क्योंकि शब्द का ज्ञान नहीं लेंदे। शब्द की तुक है, गुरपुरख पूरा गुरपुरख पूरा भेटिया हर सज्जन लदड़ा नाले, सज्जन लदड़ा नाले, हर सज्जन लदड़ा नाले, हर सज्जन लदड़ा नाले, हर सज्जन लदड़ा नाले। बाहरला कोई बॉडी वाली चीज़ साड़ी सज्जन ही होएगी नहीं तो धोखा खाओगे। हर सज्जन लदड़ा नाले, हर सज्जन लदड़ा नाले, हर सज्जन लदड़ा नाले, हर सज्जन लदड़ा नाले। किस तरह ये लभे अंदर? महाराज कहते तेनू हल्ले कर करके नाम जपना पैना, अंतरगत ध्यान हो के तेरे अंदर ही है। वो ध्यान रख, आराम जपो, अंतरगत ध्याने, और घरे रहो रे मन मुग्ध याने, बाबा नानक। इस करके अंतरगति होके ध्यान अंदर रख के भी वो अंदर है चीज़, असीं उहनूं अंदर पाउणा, बाहर नहीं वो मिलनी। इस करके उस नाल लभ पेगा। और की होएगा? तू माया दे विच बाहर भालदा फिरदा है। तुक है पहली, अंतरे निधान मन कर हले। मना तू अंदरले बन्ने ध्यान रख के अपनी कमाई कर नाम दी, अंदरले तुमने हल्ले कर कर असी पिछे दसिया सी जिस वेले कणक की वाढी पिंडी थी पैंदी है, उस वेले जिहड़े वाढे हुंदे सारे परात एक मल के कट्ठे बैठ के कहंदे मारो भी हल्ला मारो। तो हल्ले का लफ्ज़ ये है, सानू उद्यम करना पैना। इस करके यदि रहाओ की तुक भी सिर्फ एक तुक है छोटी जी, और देखो किन्नी है। उस रहावा लावांगे असी। और सारा शब्द गुरु रामदास साहब गुरुआं ने किन्नी मेहनत की है। एडे शब्द सानू एडा ज्ञान दिता, लेकिन सिख को टाइम नहीं है इसे इहदे लई। सिख बाकी माया बाकी कम्मां लई बड़ा टाइम है, पर महाराज दे इस ज्ञान नाल कोई टाइम नहीं है। इस करके जूं जूं इहनूं टाइम दांगे तो सानू चीज़ ज़ाहिर हुंदी भी बाहर कुछ नहीं मिलना, तेरे अंदर ही सब कुछ इस बॉडी के अंदर होना।
और सज्जन भी ओही है, गुर भी ओही है, पुरख भी ओही है, पूरा भी ओही है, बाकी सब कुछ अधूरे है। इस करके बाकियां दे वस ना पई। इस चीज़ नूं देख गुरु रामदास साहब ना ये अपने गुरु ਉਹਦੇ ਵੱਲ गुरु राम अमरदास साहब वाले इशारा नहीं है। हर टीकिਆਂ 'ਚ हर ਥਾਂ ਇਹੋ ਕਿਹਾ ਜਾਂਦਾ भी फलाने ਦਾ जी पहला गुरु आ सी, पहला ਉਹਦਾ ਨਾਂ लिख के ਜਾਂ ਬਰੈਕਟ 'ਚ नहीं। ये ज्ञान ये नहीं मानता। महला चौथा कहता गुरपुरख पूरा भेटिया सज्जन लगड़ा, गुरपुरख पूरा भेटिया हर सज्जन लगड़ा, हर सज्जन लगड़ा नाले, हर सज्जन लगड़ा नाले। ਅਸੀਂ ਜਾਣ ਬੁੱਝ ਕੇ ਪਿੰਡਾਂ ਵਾਲੀਆਂ ਢੋਲਕੀ ਛੈਣੇ ਦੀਆਂ ਟਿਊਨਾਂ ਜੇ ਤੇ ਸਾਰੇ ਸ਼ਬਦ ਐਸੇ ਫਿੱਟ ਆਉਂਦੇ ਹੈ, ਸਿੱਧੀ ਦੀਆਂ ਟਿਊਨਾਂ ਉਹਦੇ 'ਤੇ ਅਸੀਂ ਕਰ ਰਹੇ ਹਾਂ ਵੀ ਅੰਤਰੇ ਨਿਧਾਨ ਮਨ ਕਰ ਹੱਲੇ, ਤੇਰੇ ਅੰਦਰ ਹੀ ਹੈ। ਹੱਲੇ ਕਰ ਕਰਕੇ ਜਾਪੀ ਚੱਲ, ਹੱਲੇ ਹੱਲੇ ਮਾਰ ਕੇ ਤੇ ਭਰਮੇ ਭਾਵੇਂ ਭਾਵੇਂ ਬਾਹਰੇ ਪਾਲੇ। ਤੂੰ ਮਾਇਆ 'ਚ ਭਰ ਕੇ ਤੇ ਬਾਹਰ ਪਾਲਦਾ। ਉਹ ਤੈਨੂੰ ਨਹੀਂ ਮਹਾਰਾਜ ਕਹਿੰਦੇ ਅੰਤਰੇ ਨਿਧਾਨ ਮਨ ਕਰ ਹੱਲੇ, अंतरे निधान मान कार हले, अंतरे निधान मान कार हले, अंतरे निधान मान कार हले। कितनी खूबी है। महले चौथे च अपने मन नूं समझा रहे हैं, दुनिया नूं उपदेश नहीं कर रहे। अंतरे निधान मान कार हले, अंतरे निधान मान कार हले, अंतरे निधान मान कार हले, अंतरे निधान मन पर में पावें बाहरे पाले, पर में पावें बाहरे पाले, पर में पावें बाहरे पाले। भरम कोई होर चीज़ नहीं है। भरम माया धोखा नागण बेख जहर ये सारे कुछ माया ते वरते है। भरम धोखा माया धोखा इस करके भरम है। भरम च माया माया च बाहर जाता है बंदा। माया की है? रुपया पैसा नहीं है। ये माया जित हार विसरे मोह उपजे भाव दूजा लाया। जिस चीज़ ना भी साडा रब विसर जाता, नाम विसर जाता उहदा, और किसी चीज़ ना बाहर अटैच हो जाता, भावें कोठियाँ भावें बच्चे है कुटुंब है रुपया पैसा अटैच हो जाता दुनिया नाल। जे हार विसरे मोह उपजे, मोह कहते अटैचमेंट नूं, मोह उपजे भाव दूजा, ਉਹਦਾ शौक नाम जपना नहीं इन्ना रह जाता, बाकी वो सारे बन्ने ਉਹਦਾ मन बाहर इन्हां कनैक्ट तिन्नां चीज़ां 'ਚ ਜਾਂਦਾ। ਉਹ फिर कहते तूं भरमें भावें बाहरे भाले। इस करके बाहर नहीं तेनों मिलनी महाराज। अगली तो कहेगा भी जदों वो गुरपुरख पूरा अंदर आ गया ना, तेरा उन्हें आपे ही अंदरले बन्ने सब कुछ कर देना। पहली तो कह अंतरे निधान मान घर हल्ले, पर में भवें बाहरे भाले। ए अंतरे निधान मान घर हल्ले, पर में भवें बाहरे भाले, बाहरे भाले, बाहरे भाले। अंतरे निधान मान घर हल्ले, पर में भवें बाहरे भाले। की होएगा? गुरपुरख पूरा भेटिया हर सज्जन लगड़ा नाले। वो भी कदी एक किनिया अखीरलियां सतरां दा लैवल है। हुण असीं शुरू तो करांगे स्टैप बाई स्टैप किस तरह अंदर चढ़ाई होनी है और अखीर ते जाके की हो जाना। आ चमत्कार होया कि गुरपुरख पूरा भेटिया हर सज्जन लगड़ा नाले, गुरपुरख पूरा भेटिया हर सज्जन लगड़ा नाले। अगली लाइन भी पढ़ लिए, अखीर तक तोड़े तक चले जाइए। जदों पुरख भेटिया गया कहते रंग चढ़ गया, और फिर तू रत्तिया भी गया। रंग रतड़े मन घर हले, हर रंग सदा संभाले। रंग रतड़े मन घर हले, हर रंग सदा संभाले, हर रंग सदा संभाले, हर रंग सदा संभाले। संभालन की अवस्था हो गई ਉਹਦੇ ਦਰ ਦੀ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ संभाले।
ਉੱਥੇ ਜਾ ਕੇ ਮਨ ਬਹਿ ਜਾਂਦਾ, ਉਹਦੇ ਦਰਬਾਰ ਦੀ ਹੈ, ਉਸ ਦਰਗਾਹ ਦੀ ਅਵਸਥਾ ਹੈ। ਅਤੇ ਪਰ ਕਿਹਨਾਂ ਨੂੰ ਮਿਲੀ? ਜਿਨ੍ਹਾਂ ਨੇ ਪਹਿਲਾਂ ਪੂਰਾ ਪੁਰਖ ਆਪਣੇ ਅੰਦਰ ਪ੍ਰਗਟ ਕੀਤਾ। ਔਰ ਫਿਰ ਉੱਥੋਂ ਬਾਅਦ ਲਾਈਨ ਆਈ, ਰੰਗ ਰਤੜੇ ਮਨ ਘਰ ਹਲੇ। ਜਦੋਂ ਉਸ ਪੋਜੀਸ਼ਨ 'ਚ ਅੰਦਰ ਉਹ ਹੈ ਔਰ ਰੰਗ ਚੜ੍ਹਿਆ ਹੈ, ਸੱਜਣ ਲੱਦ ਲਿਆ ਵੀ ਅੰਦਰ ਹੀ ਮੇਰੇ ਅੰਤਰਗਤ ਧਿਆਨ ਹੋ ਗਿਆ ਔਰ ਗੁਰਪੁਰਖ ਅੰਦਰ ਪ੍ਰਗਟ ਹੋ ਗਿਆ। ਫਿਰ ਕੀ ਹੋਇਆ? ਫਿਰ ਰੰਗ ਰਤੜੇ ਦੇ ਵਿੱਚ ਵੀ ਗਾਂਹ ਨਾਮ ਜਪਣਾ ਪੈਂਦਾ ਹੈ। ਰੰਗ ਰਤੜੇ ਮਨ ਘਰ ਹਲੇ, ਹਰ ਹਰ ਰੰਗ ਸਦਾ ਹਰ ਰੰਗ ਸਦਾ ਸੰਭਾਲੇ, ਹਰ ਰੰਗ ਸਦਾ ਸੰਭਾਲੇ, ਹਰ ਰੰਗ ਸਦਾ ਸੰਭਾਲੇ, ਹਰ ਰੰਗ ਸਦਾ ਸੰਭਾਲੇ। ਰੰਗੇ ਰਤੜੇ ਮਨ ਘਰ ਹੱਲੇ, ਰੰਗੇ ਉਸ ਰੰਗ ਦੇ ਵਿੱਚ ਫਿਰ ਉਹ ਹੋਰ ਨਾਮ ਜਪਦਾ ਹੈ। ਨਹੀਂ ਵੀ ਨਾਮ ਜਪ ਕੇ ਛੱਡ ਕੇ ਤੇ ਮਹਾਂਪੁਰਖ ਬ੍ਰਹਮ ਗਿਆਨੀ ਜਾਂ ਮੈਨੂੰ ਨਾਮ ਜਪਣ ਦੀ ਲੋੜ ਨਹੀਂ ਹੈ, ਨਹੀਂ, ਅਖੀਰ ਤੱਕ ਜਪਦਾ ਰਹਿੰਦਾ ਹੈ ਭਗਤ ਔਰ ਗੁਰਸਿੱਖ। ਰੰਗ ਹਰ ਰੰਗ ਇਹ ਰੰਗ ਰਤੜੇ ਮਨ ਘਰ ਹੱਲੇ, ਹਰ ਰੰਗ ਸਦਾ ਹਰ ਰੰਗ ਕਦੇ ਨ ਹੋਵੇ, ਗੁਰ ਸੇਵਾ ਸ਼ਬਦ ਸੰਭਾਲੇ, ਹਰ ਰੰਗ ਕਦੇ ਨ ਹੋਵੇ, ਗੁਰ ਸੇਵਾ ਸ਼ਬਦ ਸੰਭਾਲੇ। ਆ ਲਾਈਨ ਇੱਕ ਇਕੁਏਸ਼ਨ ਪਾ ਗਈ, ਸੱਚਾਈ ਦੱਸੇਗੀ ਵੀ ਜਿਹੜਾ ਰੰਗ ਚੜ੍ਹ ਗਿਆ ਰੱਬ ਦਾ ਇੱਕ ਵਾਰੀ, ਉਹ ਉਤਰਨਾ ਹੀ ਨਹੀਂ ਕਦੀ। ਕਈ ਸਾਡੇ ਐਸੇ ਨਾਮ ਅਭਿਆਸੀ ਜਾਂ ਐਸੇ ਸਤਿਕਾਰਯੋਗ ਨੇ ਸਾਰੇ, ਉਹ ਕਹਿੰਦੇ ਜੀ ਉਹਦੇ 'ਚ ਬੜਾ ਰੰਗ ਚੜ੍ਹਿਆ ਸੀ, ਪਰ ਅੱਜ ਕੱਲ੍ਹ ਉਹਦੀ ਇਹ ਅਵਸਥਾ ਨਹੀਂ ਹੈ। ਸੱਚਾਈ ਇਹ ਆ, ਹਲੀ ਚੜ੍ਹਿਆ ਹੀ ਨਹੀਂ ਸੀ ਉਦੋਂ ਵੀ। ਸਾਡੇ ਬਾਣੀ ਦੇ ਹਿਸਾਬ ਦੇ ਨਾਲ ਉਹ ਲੋਕਾਂ 'ਚ ਮਸ਼ਹੂਰ ਹੋ ਜਾਂਦੇ ਸਾਰੇ, ਉਹਨੂੰ ਹਲੀ ਚੜ੍ਹਿਆ ਹੀ ਨਹੀਂ ਸੀ। ਜਿਹੜਾ ਚੜ੍ਹਿਆ ਉਹ ਡਿੱਗਦਾ ਨਹੀਂ ਹੈ, ਜਿਹੜਾ ਡਿੱਗ ਪਿਆ ਉਹ ਚੜ੍ਹਿਆ ਹੀ ਨਹੀਂ ਸੀ। ਇਸ ਕਰਕੇ ਅਗਲੀ ਤੱਕ ਇਕੁਏਸ਼ਨ ਪਾ ਰਹੀ ਹੈ, ਹਰ ਰੰਗ ਕਦੇ ਜੇ ਉਹ ਗੁਰਸੇਵਾ 'ਚ ਲੱਗਾ ਰਿਹਾ, ਗੁਰਸੇਵਾ ਹੈ ਹੀ ਨਾਮ ਜਪਣਾ। ਹਰ ਰੰਗ ਕਦੇ ਹਰ ਔਰ ਸੰਭਾਲਣ ਦੀ ਫੇਰ ਵਸਤਾ ਉਹਦੇ ਦਰ ਤੇ ਜਾ ਕੇ ਵੀ ਨਾਮ ਜਪ ਰਹੇ, ਦਰਗਾਹ 'ਚ ਵੀ। ਹਰ ਰੰਗ ਕਦੇ ਹੁਣ ਅਕਾਲ ਪੁਰਖ ਦੇ ਦਰਸ਼ਨ ਹੋਣ ਲੱਗੇ। ਕੀ ਹੈ ਅਕਾਲ ਪੁਰਖ? ਇੱਕ ਦਰਖਤ ਬਣ ਗਿਆ, ਉਹਨੂੰ ਤਰਵਰ ਕਿਹਾ ਹੈ ਗਾਂ। ਜੇ ਡਿਕਸ਼ਨਰੀ ਮੀਨਿੰਗ ਨਾਲ ਨਾਲ ਲੈਂਦੇ ਗਏ ਕਈ ਸ਼ਬਦ ਖੁੱਲ੍ਹ ਜਾਣਗੇ ਗਾਂ ਜਾ ਕੇ। ਤਰਵਰ ਲਫ਼ਜ਼ ਆਇਆ, ਤਰਵਰ ਕਹਿੰਦੇ ਆ ਟਰੀ ਨੂੰ, ਆ ਬਿਰਖ ਨੂੰ, ਜਿਹਦੀਆਂ ਟਹਿਣੀਆਂ 'ਤੇ ਇਹ ਮਨ ਬੈਠਾ ਅੰਦਰ, ਔਰ ਉਹ ਇੰਨੀਆਂ ਟਹਿਣੀਆਂ ਉਹਦੀਆਂ ਔਰ ਇੰਨੇ ਭਗਤ ਬੈਠੇ ਆ ਉਹਦੇ ਕੋਲ। ਉਹ ਸਾਰੇ ਹੀ ਉਸ ਸਪਿਰਿਚੁਅਲ ਸਟੇਜ ਔਰ ਅਖੀਰਲੀ ਸਟੇਜ ਹੈ। ਉੱਥੇ ਜਾ ਕੇ ਅਕਾਲ ਪੁਰਖ, ਔਰ ਦੇਖੋ ਅਕਾਲ ਪੁਰਖ ਲਿਖਿਆ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤਤ ਲਿਖੀ ਹੈ, ਕਿਸੇ ਸੰਤ ਦੀ ਨਹੀਂ, ਸਾਧ ਦੀ ਨਹੀਂ, ਗੁਰੂ ਦੀ, ਅਕਾਲ ਉਸਤਤ। ਉਸ ਅਕਾਲ ਦੇ ਅੰਦਰ ਦਰਸ਼ਨ ਹੋ ਜਾਂਦੇ ਔਰ ਉਹ ਦਰਖਤ ਹੈ ਔਰ ਉਹਦੇ ਵਿੱਚ ਟਹਿਣੀ ਦੇ ਉੱਤੇ ਫਿਰ ਮਨ ਜਿਹੜਾ ਨਾ ਬੈਠ ਕੇ ਸੋਚਦਾ ਔਰ ਮਹਿਲਾਂ ਪਾਉਂਦਾ ਔਰ ਬਾਹਰ ਨਹੀਂ ਜਾਂਦਾ। ਇਸ ਕਰਕੇ ਉਹ ਉਸੇ ਦਰਖਤ ਦੇ ਮੇਵੇ ਖਾਂਦਾ, ਉਹਦੇ ਕੋਲ ਹੀ ਅਕਾਲ ਪੁਰਖ ਦੇ ਰਹਿੰਦਾ। ਤੋ ਮਹਾਰਾਜ ਕਹਿੰਦੇ ਹਾਮ ਪੰਖੀ ਮਨ ਘਰ ਹਲੇ, ਇਹ ਹਾਮ ਪੰਖੀ ਮਨ ਘਰ ਹਲੇ, ਇਹ ਹਾਮ ਪੰਖੀ ਮਨ ਘਰ ਹਰ ਪਰਵਰ ਪੁਰਖ ਅਕਾਲੇ। ਔਰ ਅਖੀਰਲੀ ਸਟੇਜ ਤੱਕ ਵੀ ਇਹ ਕਮਾਈ ਹੁੰਦੀ ਰਹਿੰਦੀ ਹੈ। ਹਾਮ ਪੰਖੀ ਮਨ ਘਰ ਹਲੇ, ਹਰ ਪਰਵਰ ਪੁਰਖ ਅਕਾਲੇ, ਹਰ ਪਰਵਰ ਪੁਰਖ ਅਕਾਲੇ, ਹਰ ਪਰਵਰ ਪੁਰਖ ਅਕਾਲੇ। ਆ ਦੇਖਿਆ ਨਾ ਸਿਆਰੀਆਂ ਆ ਰਹੀ ਅਖੀਰਲੇ ਲਫ਼ਜ਼ ਨੂੰ ਬੁਲਾਓਗੇ ਤਾਂ ਸੱਟ ਬੈਠੂ। ਹਾਮ ਪੰਖੀ ਮਨ ਘਰ ਹਲੇ, ਹਰ ਪਰਵਰ ਪੁਰਖ ਅਕਾਲੇ, ਇਹ ਵੱਡ ਪਾਗੀ ਗੁਰਮੁਖੇ ਪਾਇਆ, ਜਨ ਨਾਨਕ ਨਾਮ ਸਮਾਲੇ। ਗੁਰਮੁਖ ਨਹੀਂ ਕਹਿਣਾ, ਤੁਹਾਡਾ ਉਹ ਜਿਹੜਾ ਲੈ ਚੱਲੀ ਹੈ ਗਾਉਣ ਦੀ ਉਹ ਫਿੱਟ ਨਹੀਂ ਬੈਠੇਗੀ। ਗੁਰਮੁਖੇ
वड भागी गुरमुखे पाया जन नानक नाम समाले। आ गुरमुख चैनल साफ हो गया भी ਵੱਡੇ ਭਾਗਾਂ ਨਾਲ ਇਸ ਚੈਨਲ 'ਚ ਪੈ ਕੇ ਗੁਰਮੁਖੀ ਸਿਸਟਮ ਹੈ ਜਿਹੜਾ ਕਿ ਇੱਕ ਗੁਣਾਂ ਦਾ ਗੁਲਦਸਤਾ ਹੈ। ਇਹ ਐਸਾ ਰਾਸਤਾ ਹੈ ਜਿਸ 'ਚ ਔਗਣ ਛੱਡਣੇ ਪੈਂਦੇ ਹੈ, ਗੁਣ ਗ੍ਰਹਿਣ ਕਰਨੇ ਪੈਂਦੇ ਹੈ। ਬਾਣੀ 'ਚ ਜੋ ਵੀ ਸ਼ਬਦਾਂ ਦੇ ਵਿੱਚ ਔਗਣ ਦੱਸੇ ਉਹ ਛੱਡਣੇ ਪੈਂਦੇ ਹੈ, ਔਰ ਜਿੰਨੇ ਗੁਣ ਦੱਸੇ ਉਹ ਗ੍ਰਹਿਣ ਕਰਨੇ। ਦਇਆ ਕਰਨੀ ਕਿਸੇ 'ਤੇ, ਮਿੱਠਾ ਬੋਲਣਾ, ਬੁਰੇ ਦਾ ਭਲਾ ਕਰਨਾ, ਜਿੰਨੇ ਵੀ ਸਾਡੇ ਗੁਣ ਦੱਸੇ ਆ ਬਾਣੀ ਦੇ, ਉਹ ਮਹਾਰਾਜ ਕਹਿੰਦੇ ਆ ਉਸ ਚੈਨਲ 'ਚ ਪੈਣਾ ਔਰ ਇੱਕ ਰੱਬ ਨੂੰ ਮੰਨਣਾ ਔਰ ਅਭਿਆਸ ਕਰਕੇ ਇਹ ਸਾਰੀ ਚੀਜ਼ ਇੱਕ ਨੂੰ ਮੰਨਣਾ। ਔਰ ਇਹ ਸਾਰਾ ਹੀ ਚੈਨਲ ਅਸੀਂ ਸਾਫ਼ ਕਰ ਰਹੇ ਹਾਂ ਹੌਲੀ ਹੌਲੀ। ਔਰ ਸਭ ਤੋਂ ਵੱਡਾ ਸਾਡੇ ਫਾਇਦੇ ਲਈ ਜਿਹੜਾ ਬਾਬੇ ਨਾਨਕ ਨੇ ਸਾਨੂੰ ਲਫ਼ਜ਼ ਦਿੱਤੇ ਵੀ ਗੁਰਮੁਖੀ ਕੀ ਚੈਨਲ ਕੀ ਹੈ। ਸਭ ਤੋਂ ਪਹਿਲਾ ਸਿੱਖ ਜੇ ਸੰਗਤ 'ਚ ਵੀ ਵਰਤਦਾ, ਘਰ 'ਚ ਵੀ ਵਰਤਦਾ, ਦੁਨੀਆ 'ਚ ਵੀ ਵਰਤਦਾ, ਆ ਦੋ ਚੀਜ਼ਾਂ ਗਵਾਵੇ, ਉਹ ਹੈ ਗੁਰਮੁਖੇ ਵੈਰ ਵਿਰੋਧ ਗਵਾਵੇ। ਹੁਣ ਇਹ ਬਾਣੀ ਦੇ ਹੁਕਮ ਹੈ ਸਾਰੇ, ਜਿੰਨ ਚੱਕਰ ਅਸੀਂ ਨਹੀਂ ਕਿਸੇ ਨਾਲ ਵੈਰ ਹੈ, ਕਿਸੇ ਦੇ ਵਿਰੋਧ ਹੈ ਸਾਡੇ ਅੰਦਰ, ਤੁਹਾਡੀਆਂ ਲਹਿਰਾਂ ਮੰਨਦੀਆਂ ਉੱਠਦੀਆਂ ਰਹਿਣ, ਤੁਹਾਨੂੰ ਸ਼ਾਂਤੀ ਆਈ। ਕਦੇ ਮਹਾਰਾਜ ਕਹਿੰਦਾ ਜੇ ਰੱਬ ਨੂੰ ਫੜਨਾ ਹੈ, ਐਡੇ ਵੱਡੇ ਨੂੰ ਵਡਭਾਗੀ ਬਣਨਾ ਹੈ, ਤੇ ਗੁਰਮੁਖੀ ਚੈਨਲ 'ਚ ਪਾ। ਗੁਰਮੁਖੀ ਚੈਨਲ ਹੈ, ਗੁਰਮੁਖੀ ਵੈਰ ਵਿਰੋਧ ਗਵਾਵਾ। ਗੁਰਮੁਖੀ ਐਸਾ ਰਾਸਤਾ ਹੈ ਜਿਹੜਾ ਪਹਿਲਾਂ ਸਭ ਤੋਂ ਆਲਾ ਇਨਸਾਨ ਬਣਾਉਂਦਾ ਹੈ। ਜੇ ਆਲਾ ਇਨਸਾਨ ਨਹੀਂ, ਅਸੀਂ ਇਸੇ ਕਰਕੇ ਜਪ ਦੇ ਵਿੱਚ ਨਿਚੋੜ ਕੱਢਿਆ, ਬੇਣ ਗੁਣ ਕੀਤੇ, ਭਗਤੇ ਨਾ ਹੋਈ। ਉਹ ਭਗਤੀ ਫਲਦੀ ਨਹੀਂ ਹੈ। ਇਸ ਕਰਕੇ ਪੰਜਾਂ ਦੇ ਵੱਸ ਹੋ ਕੇ ਅਸੀਂ ਕਈ ਔਗੁਣ ਜੋ ਕਰਤੇ ਹੈ, ਉਹ ਸਭ ਕੁਝ ਛੱਡਣਾ ਪੈਂਦਾ ਹੈ। ਉਹ ਆਪ ਛਡਾਏਗਾ ਸਭ ਕੁਝ, ਲੇਕਿਨ ਚੈਨਲ 'ਚ ਜਿਹੜਾ ਪੈ ਗਿਆ ਉਹ ਬਚ ਜਾਏਗਾ, ਕਿਉਂਕਿ ਹੀ ਇਜ਼ ਔਨ ਦੀ ਰਾਈਟ ਟਰੈਕ। ਜਿਹੜਾ ਚੈਨਲ ਨਹੀਂ ਸਮਝੇਗਾ ਉਹ ਨਾਲ ਔਗੁਣ ਵੀ ਕਰਦਾ ਜਾਊਗਾ। ਜੀ ਨਾਮ ਜਪੋ ਬਸ ਸਭ ਕੁਛ ਹੈ, ਇਹਨਾਂ ਚੀਜ਼ਾਂ ਦੀ ਕੀ ਲੋੜ ਹੈ। ਨਹੀਂ, ਮਹਾਰਾਜ ਨਾ ਕੰਡੀਸ਼ਨਾਂ ਬੱਧੀਆਂ ਪਈਆਂ। ਜਿਸ ਤਰ੍ਹਾਂ ਸਾਧੋ ਮਨ ਕਾ ਮਾਨ ਤਿਆਗੋ। ਹੁਣ ਇਹ ਸਾਧੋ ਉਹ ਸਾਧ ਲਈ ਨਹੀਂ ਹੈ ਜਿਹੜਾ ਕਿ ਗੁਰੂ ਸਾਡਾ ਹੈ। ਇਹ ਆਮ ਸਾਧੋ ਲਫ਼ਜ਼, ਕਿਉਂਕਿ ਹਿੰਦੂਆਂ ਦੇ ਦੇਹ 'ਚ ਜਾਂ ਸਾਰੇ ਮੰਨਦੇ ਆ, ਉਹਨਾਂ ਨੂੰ ਵੀ ਸਤਿਕਾਰ ਦਾ ਲਫ਼ਜ਼ ਦਿੱਤਾ। ਸਾਧੋ ਸੰਤੋ, ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਆਦਿ ਖਵਾ ਰਹੇ ਹੁਣ। ਕਾਮ ਕ੍ਰੋਧ ਸੰਗਤੇ ਦੁਰਜਨ ਕੀ। ਦੁਰਜਨ ਕਹਿੰਦੇ ਦੂਜੇ ਭਾਵ ਨੂੰ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਦਿਨ ਰਾਤ ਪਰੇ ਨਾ ਹੋ, ਬਲਕਿ ਭੱਜ ਜਾਏ ਨਾ ਤੂੰ ਪਰੇ। ਅਹਨਸ ਭਾਗੋ ਮਹੱਲਾ ਲਿਖ ਰਿਹਾ, ਮਹੱਲਾ 9ਵਾਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਤਾਂ ਤੇ ਅਹਨਸ ਭਾਗੋ। ਮਾਨ ਅਪਮਾਨ ਉਸਤਤ ਨਿੰਦਾ ਸਾਰਾ ਕੁਛ ਉੱਤੇ ਲਿਖਿਆ ਵੀ ਇਹ ਸਭ ਕੁਝ ਛੱਡ ਕੇ ਤੇ ਤਾਂ ਤੂੰ ਇਸ ਗੁਰਮੁਖੀ ਰਾਸਤੇ 'ਚ ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਸੇ ਭਾਗੋ। ਤੇ ਮਾਨ ਅਪਮਾਨ ਸਮ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਦੇਖੋ ਕਿੰਨੇ ਗੁਣ ਆ ਰਹੇ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਾਰਕ ਸੋਗ ਤੇ ਰਹੇ ਅਤੀਤਾ। ਤਿੰਨ ਜੱਗੇ ਤਤ ਪਛਾਨਾ ਉਸਤਤ ਨਿੰਦਾ ਦਊ ਤਿਆਗੇ ਖੋਜੇ ਪਦ ਨਿਰਵਾਨਾ। ਕਿੱਦਾਂ ਖੋਜੇਗੀ? ਨਿਚੋੜ ਕੱਢਣ ਲੱਗੇ ਸ਼ਬਦ ਦਾ। ਜਨ ਨਾਨਕੇ ਖੇਲ ਕਠਨ ਹੈ ਕਿਨਹੂ ਗੁਰਮੁਖੇ ਜਾਨਾ। ਇੰਚ ਕਰਾ ਰਾਸਤਾ ਨਹੀਂ ਫੜਦਾ ਤੇਰੇ ਔਗਣ ਕਰਕੇ, ਸਾਰਾ ਕਰਕੇ ਫਿਰ ਨਾਮ ਫਲਦਾ ਹੈ। ਤਾਂ ਗੁਰਮੁਖੀ ਲਫ਼ਜ਼ ਬਾਰ ਆਇਆ ਔਰ ਇੱਥੇ ਵੀ ਉਹ ਪਾਇਆ, ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ। ਅਖੀਰ ਤੇ ਜਾ ਕੇ ਲਿਖਿਆ ਵੀ ਜਿੰਨ ਚੱਕਰ ਇਸ ਸਿਸਟਮ 'ਚ ਨਹੀਂ ਆਉਂਦਾ ਤੂੰ ਅੱਗੋਂ ਨਹੀਂ ਛੱਡਦਾ, ਤੇਰਾ ਨਾਮ ਨਹੀਂ ਫੜਨਾ। ਇਹ ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ। ਇਹ ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ। ਇਹ ਕੀ ਦਸ਼ਾ ਜਦੋਂ ਅਕਾਲ ਪੁਰਖ ਦੇ ਨਾਲ ਬੈਠਾ ਹੈ। ਹਮ ਪੰਖੀ ਮਨ ਕਰ ਹਲੇ ਹਰ ਸਰਵਰ ਪੁਰਖ। ਹਮ ਪੰਖੀ ਮਨ ਕਰ ਹਲੇ ਸਰਵਰ ਪੁਰਖ ਅਕਾਲੇ। ਇਹ ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ। ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ। ਆਓ ਪੰਨਾ 234 234
ਰਹਾਉ ਦੀ ਤੁਕ ਲਈਏ, ਰਹਾਉ ਦੀ ਇੱਕੋ ਹੀ ਤੁਕ। ਦੇਖ ਕਮਾਲ ਦੀ ਕੀ ਕਹਿੰਦੇ, ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ। ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ। ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ। ਗੁਰ ਗੋਬਿੰਦ ਸਮਾਲੇ। ਆ ਗਿਆ ਗੋਬਿੰਦ ਵੀ ਰੱਬ ਉਹ, ਗੁਰ ਵੀ ਉਹ ਹੀ। ਗੁਰ ਗੋਬਿੰਦ ਸਮਾਲੇ। ਜਪਣਾ ਨਹੀਂ ਲਿਖਿਆ, ਧਿਆਉਣਾ ਨਹੀਂ ਲਿਖਿਆ, ਸਿਮਰਨਾ ਨਹੀਂ ਲਿਖਿਆ, ਇਹੋ ਖੋਜੀਆਂ ਲਈ ਹੈ। ਸੰਭਾਲਣ ਦੀ ਅਵਸਥਾ ਕਦੋਂ ਹੋਣੀ ਹੈ? ਵੱਡ ਭਾਗੀ ਗੁਰਮੁਖੇ ਪਾਇਆ, ਜਨ ਨਾਨਕ ਨਾਮ ਸੰਭਾਲੇ। ਇਹ ਵੱਡ ਭਾਗੀ ਗੁਰਮੁਖੇ ਪਾਇਆ, ਜਨ ਨਾਨਕ ਨਾਮ ਸੰਭਾਲੇ। ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸੰਭਾਲੇ। ਰਹਾਉ ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ। ਸਿੱਧਾ ਹੀ ਹੱਲਾ ਮਾਰਨਾ। ਕਈ ਕਹਿੰਦੇ ਜੀ ਉਹਨੇ ਹੀ ਉਦਮ ਬਖਸ਼ਿਆ ਤੇ ਅਸੀਂ ਜਪ ਲਾਂਗੇ ਜੀ, ਉਹ ਜਪਾ ਦੇਗਾ। ਉਹ ਭਾਈ ਬੁਰਕੀ ਤੇਰੇ ਕੋਲ ਵੀ ਹੈ, ਪਰ ਤੂੰ ਆਪਣੇ ਆਪ ਚੱਕ ਕੇ ਜੇ ਮੂੰਹ 'ਚ ਨਾ ਪਾਏਂਗਾ, ਤੇਰੀ ਉਹ ਮੂੰਹ 'ਚ ਨਹੀਂ ਉਹਨੇ ਆ ਕੇ ਪਾਉਣੀ। ਘੋੜੇ ਨੂੰ ਧਿਆ ਲੱਗਦੀ ਹੈ, ਉਹਨੂੰ ਅਸੀਂ ਪਾਣੀ ਤੱਕ ਲਿਜਾ ਸਕਦੇ ਹਾਂ, ਲੇਕਿਨ ਪਾਣੀ ਅਸੀਂ ਨਹੀਂ ਪੀਣਾ, ਪਾਣੀ ਘੋੜੇ ਨੇ ਪੀਣਾ। ਆਹੋ ਹੀ ਹਾਲ ਢੇਰੂ ਢਾਊ ਕਮੇਟੀ ਦਾ ਹੈ। ਕਈ ਛੇਤੀ ਨਾਲ ਹੀ ਗਿਆਨ ਨੂੰ ਸਮਝ ਕੇ ਬਾਜੀ ਗਿਆਨ 'ਚ ਤੇ ਲਿਖਿਆ ਕੱਲ ਉਹਨੇ ਸਭ ਕੁਝ ਕਰਾਉਣਾ, ਮੈਂ ਕੀ ਕਰਨਾ। ਉਹ ਸਾਰੇ ਢੇਰੂ ਢਾਊ ਕਮੇਟੀ ਦੇ ਮੈਂਬਰ ਆ। ਪੁਰਾਤਨ ਸਿੰਘ ਜਿਹੜੇ ਚਲਨ ਸਾਰੇ ਰਹਿੰਦੇ, ਸਾਰੀ ਪੁਰਾਤਨ ਸਿੱਖੀ ਹੱਲੇ ਕਰ ਕਰਕੇ ਜਪਦੀ ਸੀ। ਮਤਲਬ ਨਾਮ ਜਪਣਾ ਐਡੀ ਵੱਡੀ ਚੀਜ਼ ਹੈ। ਉਦਮ ਕਰਕੇ ਕਰ ਜਾਪਦੀ ਸੀ, ਥਾਂ ਥਾਂ ਆਉਂਦਾ ਉਦਮ ਕਰ ਜਾਪਣਾ, ਹੱਲੇ ਕਰ ਜਾਪਣਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠੇ ਹਰ ਨਾਮ ਤੇ ਆਵੇ। ਉਦਮ ਕਰੇ, ਔਰ ਉਦਮ ਸਾਰਿਆਂ ਤੋਂ ਵੱਡਾ ਕੀ ਹੈ? ਸਗਲ ਉਦਮ ਭਲਾ, ਹਰਿ ਕਾ ਨਾਮ ਜਪਿਆ ਸਦਾ। ਉਹ ਬੜੀ ਉੱਚ ਚੋਟੀ ਦੀਆਂ ਲਾਈਨਾਂ ਅਸੀਂ ਥਾਂ ਥਾਂ ਕਲੀਅਰ ਕਰ ਰਹੇ ਹਾਂ, ਜਿੱਥੇ ਉਹ ਆਪੇ ਆਪ ਹੋਣ ਲੱਗ ਪੈਂਦੀ ਹੈ। ਉਹ ਸਭ ਕੁਛ ਉਸ ਵੇਲੇ। ਲੇਕਿਨ ਪਹਿਲੇ ਜਿਹੜੇ ਗੇਅਰ ਲੱਗਣੇ ਆ, ਪਹਿਲੇ ਜਿਹੜੀ ਆ ਉਹ ਪਹਿਲਾਂ ਹੀ ਢੇਰੀ ਢਾਹ ਕੇ ਬਹਿ ਜਾਂਦੀ। ਉਹ ਜਪਾਊਗਾ ਤੇ ਇਸੇ 'ਚ ਫਸ ਜਾਂਦੇ ਜੀ। ਸਾਡੇ ਕਰਮਾਂ 'ਚ ਹੀ ਹੈ ਨਹੀਂ। ਸਾਡੇ ਉਹ ਕਰਮ ਤੇ ਬੰਦਾ ਆਪਣੇ ਆਪ ਬਣਾਉਂਦਾ। ਦੱਦਾ ਦੋਸ਼ ਨੇ ਦਿਉ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨੇ ਦੀਜੇ ਅਵਰਜਨਾ। ਬਾਬਾ ਨਾਨਕ ਕਹਿੰਦਾ ਮੈਂ ਜੋ ਪਿੱਛੇ ਕੀਤਾ ਸੀ ਮੈਂ ਪਾ ਲਿਆ, ਮੇਰਾ ਆਪਣਾ ਦੋਸ਼ ਹੈ, ਮੇਰਾ ਮੈਂ ਕਰਮ ਐਸੇ ਕਰਦਾ। ਕਰਮ ਐਡੀ ਵੱਡੀ ਚੀਜ਼ ਹੈ। ਤੋ ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਅਸੀਂ ਕਰ ਕਿਉਂ ਨਹੀਂ ਸਕਦੇ ਚੰਗਾ ਕੰਮ? ਤੇ ਅਸੀਂ ਮਾਰੀ ਕਹਿੰਦੀ ਨਾਮ ਜਪਣਾ ਪਾਪ ਕਿੱਦਾਂ ਲੱਥਦੇ ਹੈ? ਨਾਮ ਜਪਣਾ ਜੀ ਪਾਪ ਕਿੱਦਾਂ ਲੱਥਦੇ? ਉਹਨੂੰ ਉਸ ਬੰਦੇ ਨੂੰ ਪੁੱਛੋ ਵੀ ਤੂੰ ਚੜਾਉਣ ਲੱਗੇ ਤੈਨੂੰ ਪਤਾ ਲੱਗਾ ਸੀ? ਜਦ ਤੂੰ ਚੜਾਉਣ ਲੱਗੇ ਤੈਨੂੰ ਪਤਾ ਨਹੀਂ ਲੱਗਾ, ਤੇ ਅਗਲਾ ਲਾਉਣ ਲੱਗੇ ਤੈਨੂੰ ਕਿੱਦਾਂ ਪਤਾ? ਇਸ ਕਰਕੇ ਸਭ ਕੁਛ ਅਸੀਂ ਆਪ ਕਰਦੇ ਹਾਂ। ਕਰਮ ਦੀ ਫਿਲਾਸਫੀ ਸਾਡੀ ਮੰਨੀ ਗਈ ਹੈ ਸਾਰੀ, ਪਰ ਸਭ ਤੋਂ ਉਚਲਾ, ਸਭ ਤੋਂ ਵੱਡਾ ਕਰਮ ਕੀ ਹੈ? के ऊंच निर्मल एहो करणी, जपे जन जपे जन जपे जन सदा सदा दिन है। सब ते ऊंच निर्मल एहो करणी, जपे जन सदा सदा। क्योंकि मेरे
ਕਹਿੰਦੇ ਗੁਰਪੁਰਖ ਅਕਾਲ ਪੁਰਖ ਨਾ ਇਹੋ ਚੀਜ਼ ਦਰੜਾਈ ਹੈ ਮੈਨੂੰ। ਗੁਰਪੁਰਖ ਦੇਰੜਿਓ ਹਰੇ ਨਾਮ ਸਭ ਤੇ ਊਤਮ ਹਰੇ ਹਰੇ ਕਾਮ। ਗੁਰਪੁਰਖ ਦੇਰੜਿਓ ਹਰੇ ਨਾਮ ਇਹ ਸਭ ਤੇ ਊਤਮ ਹਰੇ ਹਰੇ ਕਾਮ। ਹੁਣ ਇਹ ਕੰਮ ਅਸੀਂ ਕਰਨਾ ਨਹੀਂ ਹੈ, ਇਹ ਕਰਨਾ ਉਦਮ ਕਰ ਕਰਕੇ ਤਾਂ ਲਿਖਿਆ। ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾਲੇ। ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾਲੇ। ਕਬੀਰ ਸਾਹਿਬ ਨੇ ਜਿੱਦਾਂ ਰੱਬ ਨੂੰ ਪਾਇਆ ਔਰ ਜਿੱਦਾਂ ਦੇਹ ਧਾਰੀ ਜਿਹਨੇ ਦੀਖਿਆ ਦਿੱਤੀ ਸੀ, ਰਾਮਾਨੰਦ ਜੀ ਦੇ ਚੇਲੇ ਸੀ, ਪਰ ਚੜ੍ਹ ਗਏ ਔਰ ਉਸ ਸਤਿਗੁਰੂ ਨੂੰ ਜਾ ਮਿਲੇ ਔਰ ਉਸ ਅਕਾਲ ਪੁਰਖ ਨੂੰ ਦੇਹਾਂ ਤੋਂ ਪਰੇ ਹੋ ਗਏ। ਬਲਕਿ ਉਹਦਾ ਗੁਰੂ ਵੀ ਜਿਹਨੇ ਦੀਖਿਤ ਕੀਤਾ ਸੀ ਰਾਮਾਨੰਦ ਜੀ, ਉਹ ਵੀ ਪਰੇ ਹੋ ਗਿਆ। ਉਹਨੇ ਸ਼ਬਦ ਇੱਕੋ ਇੱਕ ਹੀ ਉਹਦਾ ਸ਼ਬਦ, ਔਰ ਕਬੀਰ ਸਾਹਿਬ ਦਾ ਕੋਈ ਅੰਤ ਨਹੀਂ ਹੈ। ਮਹੱਲਿਆਣਾ ਪਹਿਲਾ ਦਰਜਾ ਕਬੀਰ ਸਾਹਿਬ। ਆਹ ਹੈ ਵਡਿਆਈ ਇਸ ਗਿਆਨ ਦੀ ਵੀ ਸਾਰੇ ਹੀ ਅਕਾਲ ਪੁਰਖ ਦੇ ਭਗਤ ਹੈ ਸਾਰੇ। ਉਸ ਕਰਕੇ ਉਹ ਰਾਮਾਨੰਦ ਦਾ ਇੱਕੋ ਸ਼ਬਦ, ਉਹ ਵੀ ਛੱਡ ਗਿਆ ਸਭ ਕੁਛ। ਕਹਿੰਦਾ ਉਹਾਂ ਤਾਂ ਜਾਈਏ ਜਾਂ ਇਹਾਂ ਨਾ ਹੋ। ਉਹਾਂ ਕਿ ਮੈਂ ਕਿਸੇ ਮੰਦਰ ਬਾਹਰ ਮੈਂ ਕਿੱਥੇ ਜਾਵਾਂ, ਜੇ ਮੇਰੇ ਅੰਦਰ ਉਹ ਹੈ ਤਾਂ ਮੈਂ ਬਾਹਰ ਕਿਉਂ ਜਾਵਾਂ। ਇਸ ਕਰਕੇ ਪਰ ਕਬੀਰ ਸਾਹਿਬ ਨੇ ਗਾਂ ਫਿਰ ਕਿੱਦਾਂ ਕਿਉਂ ਪਹੁੰਚੇ, ਮਨ ਨੂੰ ਕੁੱਟ ਕੁੱਟ ਕੇ ਪਹੁੰਚੇ। ਮਨ ਦਾ ਨਾਮ ਨਹੀਂ ਜਪਣ ਦੇਣਾ। ਇਹਨੇ ਕਹਿਣਾ ਨਹੀਂ ਤੂੰ ਇਸ ਕਮੇਟੀ ਦਾ ਮੈਂਬਰ ਨਾ ਬਣ, ਤੂੰ ਢੇਰੂ ਢਾਊ ਕਮੇਟੀ ਦਾ ਮੈਂਬਰ ਬਣ। ਤੂੰ ਉਹ ਮਾਰ ਕਹਿੰਦਾ ਇਹਨੇ ਨਾਮ ਨਹੀਂ ਜਪਣ ਦੇਣਾ। ਤੋ ਮਹਾਰਾਜ ਕਬੀਰ ਸਾਹਿਬ ਸ਼ਰਬਨ ਕੋਟ ਕੋਟ ਮਨ ਕਸਵਤੀ ਹੈ, ਕੋਟ ਕੋਟ ਮਨ ਕਸਵਤੀ। ਕਬੀਰ ਸਾਹਿਬ ਇੱਕ ਉਦਾਹਰਨ ਦਿੰਦੇ ਆ ਵੀ ਤੁਸੀਂ ਆਹ ਗਰੀਬ ਆਦਮੀ ਨੂੰ ਕਿਉਂ ਕੁੱਟਣ ਦੇ। ਕਹਿੰਦੇ ਇਹਦਾ ਗਰੀਬ ਦਾ ਕੁੱਟਣਾ ਕੀ ਆਦਮੀ ਦਾ। ਸੋ ਜੋ ਮਨ ਕਾ ਕਹਿੰਦੇ ਜਿਹਦਾ ਤੈਨੂੰ ਕੱਖ ਨਹੀਂ ਮਿਲਣਾ ਗਰੀਬ ਦਾ, ਤੇ ਦਇਆ ਕਰ ਔਰ ਤੈਨੂੰ ਇਸ ਮਨ ਨਾਲ ਕੁੱਟਣਾ ਕੀ ਮਿਲੇਗਾ। ਸੋ ਕੋ ਫੇਰ ਜਮ ਤੇ ਛੂਟੇ ਕੋਟੇ ਕੋਟੇ। ਹੁਣ ਇਹ ਹੱਲਾ ਨਹੀਂ ਕਰ ਰਿਹਾ ਕਬੀਰ ਸਾਹਿਬ, ਹੱਲੇ ਕਰ ਕਰਕੇ ਜਪਣਾ। ਕਹਿੰਦਾ ਕੋਟ ਕੋਟ ਮਨ ਕਸਵਤੀ। ਬਹੁਤ ਸਾਰੇ ਬਾਣੀ ਦੇ ਐਸੇ ਸ਼ਬਦ ਹੈ। ਹੁਣ ਕਸਵੱਟੀ ਨਾ ਸਮਝੋਗੇ ਤੇ ਕੀ ਕਹੋਗੇ। ਕਸਵੱਟੀ ਹੁੰਦੀ ਜਿਹੜੇ ਸੁਨਿਆਰਿਆਂ ਕੋਲ ਪੱਥਰ ਜਿਹਾ ਹੁੰਦਾ ਇੱਕ, ਉਹ ਜਦੋਂ ਗਹਿਣਾ ਬਣਾਉਂਦਾ ਨਾ ਤੇ ਪਹਿਲਾਂ ਜਦੋਂ ਲੈਣ ਲੱਗਦਾ ਗਹਿਣਾ ਉਸ ਇਕੱਠੀ ਤੇ ਪਰਖਦਾ ਵੀ ਮੇਰਾ ਸੋਨਾ ਹੈ, ਤੇ ਜਦੋਂ ਦੇਣ ਲੱਗਦਾ ਉਦੋਂ ਨਹੀਂ ਉੱਤੇ ਪਰਖਦਾ, ਕੋਈ ਵਿੱਚ ਖੋਟ ਰਲਾਈ ਹੁੰਦੀ। ਤੋ ਕਸਵੱਟੀ ਉਹ ਪੱਥਰ ਹੈ ਜਿਹਦੇ ਵਿੱਚ ਉਹਦੀ ਲੀਕ ਜਾਂ ਉਹਦੀ ਸ਼ੇਪ ਜਾਂ ਉਹਦੀ ਸੋਨਾ ਰਗੜਿਆ ਜਾਏ, ਹੋਰ ਰੰਗ ਦਾ ਹੁੰਦਾ, ਤੇ ਜਿਹੜਾ ਮਿਲਾਵਟ ਵਾਲਾ ਹੋਰ ਰੰਗ ਦਾ ਉਹ ਜਾਣਦੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਕਸਵੱਟੀ ਕੀ ਲਾਉਣੀ ਹੈ। ਗੁਰੂ ਅਮਰਦਾਸ ਸਾਹਿਬ ਦਿਆਲ ਹੋ ਕੇ ਸਾਨੂੰ ਸ਼ਬਦ ਕਹਿ ਦਿੰਦੇ, ਸ਼ਬਦ ਕਸਵੱਟੀ ਲਾਏ, ਇਹ ਸ਼ਬਦ ਕਸਵੱਟੀ ਲਾਏ। ਖੂਬ ਜਾਪ ਔਰ ਇਹ ਜਿਹੜੇ ਹੱਲੇ ਕਰ ਕਰ ਜਾਪਣਾ, ਕਬੀਰ ਸਾਹਿਬ ਕਹਿੰਦੇ ਆ ਵੀ ਕੁੱਟ ਕੁੱਟ ਕੇ ਮਨ ਨਾਲ ਜਪਣ ਨਹੀਂ ਦੇਣਾ, ਮਨ ਦੇ ਵਿਚਾਰਾਂ ਨਾਲ ਨਹੀਂ ਜਪਣ ਦੇਣਾ। ਇਸ ਕਰਕੇ ਇਹਦੇ 'ਤੇ ਇਹਨੇ ਰੋਸ ਕਰਨਾ ਹੈ। ਅਸੀਂ ਪਿੱਛੇ ਹੱਲੇ ਦੇ ਸ਼ਬਦ ਜਿੰਨੇ ਲਾਹੇ ਦੇ ਸ਼ਬਦ ਲਏ ਦਿੱਲੀ 'ਚ, ਤੇ ਉਸ 'ਚ ਗੁਰੂ ਅਮਰਦਾਸ ਸਾਹਿਬ ਆਪਣੇ ਮਨ ਨੂੰ ਸਮਝਾ ਰਹੇ ਹੈ। मेरे मन का रोस तेरी है, मेरे मन का रोस तेरी है, मेरे मन का रोस तेरी
ਕਿਉਂ ਤੂੰ ਮਨ ਤੋਂ ਰੁੱਸਦਾ, ਨਾਮ ਜਪਣ ਨੂੰ ਤੂੰ ਰੁੱਸਦਾ। ਔਰ ਵਾਕਿਆ ਹੀ ਪਹਿਲਾਂ ਪਹਿਲਾਂ ਮਨ ਨਾਮ ਜਪਣ ਨੂੰ ਜੀ ਨਹੀਂ ਕਰੇਗਾ, ਹੋਰ ਕੰਮਾਂ ਨੂੰ ਸਾਰਾ। ਤੇ ਗੁਰੂ ਅਮਰਦਾਸ ਸਾਹਿਬ ਟ੍ਰੇਨਿੰਗ ਦੇ ਰਹੇ ਆਪਣੇ ਮਨ ਨੂੰ ਵੀ ਕਿਉਂ ਰੁੱਸਿਆ ਬੈਠਾ ਤੂੰ ਨਾਮ ਜਪਣ, ਤੂੰ ਮੇਰੇ ਮਨ ਕਾ ਰੋਸ ਕਰੀ, ਮੇਰੇ ਮਨ ਕਾ ਰੋਸ ਕਰੀ, ਲਾਹਾ ਕਲ ਜੁਗੇ ਰਾਮ ਨਾਮ ਹੈ, ਲਾਹਾ ਕਲ ਜੁਗੇ ਰਾਮ ਨਾਮ ਹੈ, ਗੁਰਮਤਿ ਅਨ ਦਿਨ ਹਿਰਦੈ ਰਵੀਜੈ, ਗੁਰਮਤਿ ਅਨ ਦਿਨ ਹਿਰਦੈ ਰਵੀਜੈ। ਉਹ ਗੁਰਮਤਿ ਆ ਸਾਰੀ ਬਾਣੀ ਦੇ ਹਿਸਾਬ ਦੇ ਨਾਲ ਆ, ਸਾਰੀ ਬਾਣੀ ਜਿੱਦਾਂ ਕਹਿੰਦੀ ਹੈ ਉਹਨੂੰ ਗੁਰਮਤਿ ਕਿਹਾ ਹੈ। ਗੁਰਮਤਿ ਅਨ ਹਿਰਦੈ ਰਵੀਜੈ, ਗੁਰਮਤਿ ਅਨ ਹਿਰਦੈ ਰਵੀਜੈ, ਲਾਹਾ ਕਲ ਜੁਗੇ ਰਾਮ ਨਾਮ। ਕਿਉਂ ਘਾਟੇ ਦੇ ਕੰਮ ਕਰ ਰਿਹਾ, ਲਾਹਾ ਕਲ ਜੁਗੇ ਰਾਮ ਨਾਮ। ਇਹਨਾਂ ਚੀਜ਼ਾਂ ਲ ਭੱਜ ਕੇ ਜਾਣਾ ਤੂੰ ਬਾਹਰ, ਮਾਇਆ ਲੋ ਘਾਟੇ ਦਾ ਸੌਦਾ ਹੈ, ਲਾਹਾ ਕਲ ਜੁਗੇ ਰਾਮ ਨਾਮ ਹੈ, ਰਾਮ ਨਾਮ ਹੈ, ਰਾਮ ਨਾਮ ਹੈ, ਲਾਹਾ ਕਲ ਜੁਗੇ ਰਾਮ ਨਾਮ ਹੈ, ਗੁਰਮਤਿ ਅਨ। ਹੁਣ ਮੱਤੇ ਦੀ ਸਿਆਰੀ ਨਾ ਬੁਲਾਓਗੇ ਘਰ ਨਹੀਂ ਬੈਠਣਾ ਠੀਕ, ਗੁਰਮਤਿ ਨਹੀਂ, ਗੁਰਮਤਿ ਹਿਰਦੈ ਰਵੀਜੈ, ਰਹਾਓ ਤੇ ਅਨ ਹਿਰਦੈ ਰਵੀਜੈ, ਮੇਰੇ ਮਨ ਕਾ ਰੋਸ ਕਰੀਜੈ, ਮੇਰੇ ਮਨ ਕਾ ਰੋਸ ਕਰੀਜੈ। ਮੁਹੱਲਾ ਚੌਥਾ ਕਹਿੰਦਾ ਕਿਉਂ ਰੁੱਸਿਆ ਬੈਠਾ ਹੈ ਮੇਰੇ ਮਨਾ, ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ, ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ, ਰਹਾਓ ਗੁਰ ਗੋਬਿੰਦ ਸਮਾਲੇ, ਗੁਰ ਗੋਬਿੰਦ ਸਮਾਲੇ। ਛੋਟੀ ਜਿਹੀ ਰਹਾਓ ਦੀ ਤੋਕ ਹੈ, ਗੋਬਿੰਦ ਹੀ ਅਕਾਲ ਪੁਰਖ ਤੋਂ ਬਗੈਰ ਅਸੀਂ ਕਿਸੇ ਦਾ ਹੋਰ ਦਾ ਧਿਆਨ ਨਹੀਂ ਰੱਖਣਾ, ਕਿਸੇ ਗੁਰੂ ਦਾ ਜਿਹੜਾ ਦੇਹ ਚ ਆਇਆ ਅਸੀਂ ਉਹਦਾ ਧਿਆਨ ਨਹੀਂ ਦੇਈਦਾ ਰੱਖਣਾ। ਮਨ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ, ਰਹਾਓ ਕਰ ਹੱਲਾ, ਮਨ ਕਰ ਹੱਲਾ, ਗੁਰ ਗੋਬਿੰਦ ਸਮਾਲੇ। ਇੱਥੋਂ ਸ਼ਬਦ ਸ਼ੁਰੂ ਕਰਦੇ ਹਾਂ, ਰਹਾਓ ਤੂੰ ਪਹਿਲੀਆਂ ਤੁਕਾਂ ਜਿਨ੍ਹਾਂ ਨਾਲ ਰਹਾਓ ਚ ਆਣ ਕੇ ਸਮਾਉਣਾ। ਰਹਾਓ ਤੁਹਾਨੂੰ ਬੋਲਣਾ ਨਹੀਂ ਪਏਗਾ, ਜੇ ਸੁਰਤੀ ਸ਼ਬਦ ਨਾਲ ਪਹਿਲੀਆਂ ਉਤਲੀਆਂ ਤੁਕਾਂ ਪੜ੍ਹ ਲਓ ਤੁਹਾਡੇ ਡੜਿਆ ਕੇ ਮੂੰਹ 'ਚੋਂ ਰਹਾਓ ਨਿਕਲੇਗਾ ਵੀ ਇਹ ਕਾਹਦੇ ਨਾਲ ਕੰਮ ਹੋਣਾ। ਤੋ ਇੱਥੋਂ ਸ਼ਬਦ ਉਤਲੀ ਸਟੇਜ ਤੋਂ ਸ਼ੁਰੂ ਕਰਦੇ ਹੈ, ਔਰ ਉਹਨਾਂ ਤੋਂ ਸ਼ੁਰੂ ਕਰਦੇ ਹੈ ਵੀ ਬਨਾਂ 'ਚ ਤੂੰ ਭਾਲ ਭਾਲ ਕੇ ਥੱਕ ਗਿਆ, ਤੈਨੂੰ ਬਾਹਰ ਬਨਾਂ 'ਚ ਨਹੀਂ ਮਿਲਣਾ, ਦੌੜਿਆ ਫਿਰ ਬਾਹਰ ਜਿੰਨੇ ਮਰਜ਼ੀ। ਇਸੇ ਕਰਕੇ ਮਹਾਰਾਜ ਨਾ ਜਿਹੜੀ ਡੇਰਾਬਾਜ਼ ਹੈ, ਇਹਨਾਂ ਦੇ ਡੇਰੇ ਭੰਨੇ ਹੈ ਗੁਰੂ ਅਰਜਨ ਪਾਤਸ਼ਾਹ ਨੇ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਨ, ਤਿਸ ਡੇਰੇ ਕਾ ਸੰਜਮੋ, ਗੁਰ ਕੇ ਸ਼ਬਦੇ ਪਛਾਨ, ਡੇਰਾ ਸੱਚ ਨੇਚਲ ਸਾਧ ਸੰਗੇ ਪਾਇਆ। ਗੁਰੂ ਅਰਜਨ ਪਾਤਸ਼ਾਹ ਲੇਕਿਨ ਇਹ ਸਾਰੇ ਨਾਮ ਜਪਾ ਰਹੇ ਨੇ, ਅੱਛੇ ਹੈ, ਪਰ ਬਾਣੀ ਇਹਨਾਂ ਨੂੰ ਮਨਾ ਕਰਦੀ ਗੁਰੂ ਅਰਜਨ ਪਾਤਸ਼ਾਹ। ਔਰ ਕਿਸੇ ਗੁਰੂ ਨੇ ਇਸ ਤਰ੍ਹਾਂ ਗ੍ਰਸਥ ਛੱਡ ਕੇ ਔਰ ਬਾਹਰ ਇਸ ਤਰ੍ਹਾਂ ਡੇਰੇ ਨਹੀਂ ਬਣਾਏ। ਇਹ ਹਿੰਦੂ ਸਾਧੂ ਸੰਤ ਕਰਦੇ ਸੀ। ਸਾਡੀ ਫਿਲਾਸਫੀ ਹੈ ਵੀ ਜੋ ਤੈਨੂੰ ਮਿਲਣਾ ਗ੍ਰਸਥ 'ਚ ਬੈਠ ਕੇ ਜਿੱਥੇ ਭਾਣੇ 'ਚ ਹੈ ਕੁਟੁੰਬ 'ਚ ਤੈਨੂੰ ਉੱਥੇ ਮਿਲਣਾ ਹੈ। ਇਸ ਕਰਕੇ ਬਾਨ ਫਿਰ ਥੱਕੇ ਬਨਵਾਸੀਆਂ, ਪੇਰ ਗੁਰਮਤਿ ਹਿਰਦੇ ਨਿਹਾਲੇ, ਪੇਰਨਾ ਤੇ ਤੇਰੇ ਹਿਰਦੇ 'ਚ ਹੀ ਆ ਜਾਣਾ। ਤੋ ਐਸ ਫਿਲਾਸਫੀ ਤੋਂ ਸ਼ੁਰੂ ਕਰਕੇ ਤਾਂ ਫਿਰ ਆਪਣੇ ਮਨ ਨੂੰ ਕਹਿੰਦੇ ਕਰ ਹੱਲਾ, ਤੇ ਤੂੰ ਅੰਦਰ ਹੀ ਭਾਲਣਾ ਹੈ। ਮਨ ਕਰ ਹੱਲਾ ਵਿਚਾਰਿਆ ਵਿਚਾਰੇ ਦੇਖ ਸਮਾਲੇ, ਮਨ ਕਰ ਹੱਲਾ ਵਿਚਾਰਿਆ ਵਿਚਾਰੇ ਦੇਖ ਸਮਾਲੇ, ਵਿਚਾਰੇ ਦੇਖ ਸਮਾਲੇ, ਵਿਚਾਰੇ ਦੇਖ ਸਮਾਲੇ। ਬਿਨ ਫਿਰ ਤੇ ਬਨ
बान फिर थके बनवासिया, बान फिर थके बनवासिया, बान फिर थके बनवासिया, फिर गुरमति हृदय निहाले, बान फिर थके बनवासिया, फिर गुरमति हृदय निहाले। मान कर हल्ला विचारिया, विचारे देख संभाले, मान कर हल्ला विचारिया, विचारे देख संभाले। बान फिर थके बनवासिया, फिर गुरमति हृदय निहाले, बान फिर थके बनवासिया, फिर गुरमति हृदय निहाले। मान कर हल्ला, मान कर हल्ला, गुर गोविंद समाले, वाह वाह, मान कर हल्ला, मान कर हल्ला, गुर गोविंद समाले। वाहिगुरु 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 वाहिगुरु। मान कर हल्ला, मान कर हल्ला, गुर गोविंद संभाले, मान कर हल्ला, मान कर हल्ला, गुर गोविंद संभाले। रहा तो बाद हुण काम शुरू होण लगा। महाराज पहली तुक देंदे, मान कर हल्ला विचारिया, मान मुख फाथ्या महाजाले, मान कर हल्ला विचारिया, मान मुख फाथ्या महाजाले। छोटा जिहा जाल नहीं, बड़े सारे जाल माँ दे फसिया पिया है, और तू मनमुख है, मन दे आखे लगदा, मन दे आखे लग के तू जपनों छड्ड दिता, मन दे आखे लग के होर अवगुण करदा तू गुरमुखी नहीं है। इस करके जिस बंदे दा मूँह, जिस बंदे दा माइंड जिहड़ा इस तरह चलदा होए भी जो मन कहंदा बस वो करी गया, वो गलत रास्ते ते वो मनमुख है। ਜਿਹਦਾ शब्द है भी बाणी का शब्द ये नहीं कहते मैं नहीं ये काम करना मना, तू जो मर्जी कर, वो गुरमुखे सिस्टम च है। इस करके मनमुखे ते गुरमुखे बाबा नानक कहता मनमुखे करे। देखो पहला ही साडा औलिया पैगंबर महला पहला क्या ज्ञान दे रहा है इस सिस्टम का, कहता मनमुखे करें तेता दुख पावें, गुरमुखे मिले वडाई। इस करके शब्द देख ही कहते है। इस करके तू आ रास्ता फड़ ते तू की कर रहा है, तू ते महा माया जाल च फसिया पिया। मन कर हल्ला विचारिया, मन मुख क्या महाजाले, मन कर हल्ला विचारिया, मन मुख फाटिया महाजाले। एक गुरमुखे परानी मुक्त है, हरे हरे नाम समाले, गुरमुखे परानी मुक्त है, हरे हरे नाम समाले, हरे हरे नाम संभाले, हरे हरे नाम संभाले, हरे हरे नाम संभाले, हरे हरे नाम संभाले। एक एक दो दो तुकारियां दों च देखो किड्डा ज्ञान। पहला फसिया पिया सी, तू प्राणी मुक्त हो जाएगा जे तू हर हर दो बारी आ गया। इस ज्ञान च जिथे भी परमेश्वर का नाम हर हर, राम राम, नारायण नारायण, गोबिंद गोबिंद, जिथे भी परमेश्वर के जिन्ने ना इस ज्ञान चाहते हैं, वागरू वागरू, होर गुर गुर, जे बड़े इत्थे एक तो वध वारी लिखे जान वो नाम जपना निशारा। ये सारा थंब रूल है बाणी नूं खोजण दा भी किथे लिखे है जी असीं की जपना की। जिस गुरु कोलों भी मंत्र लिया उहदा मंत्र जपो, लेकिन वह तुहाडे पिछे होएगा। लेकिन ध्यान काल पुरख दा रखना है। दीख्या देण वाला जिहड़ा है वो परमेश्वर दा नाम ही दीख्या दे। बाकी जिहड़ी दीख्या दा जिहड़ा देवतियां दा नाम जपाउणा, बंदियां दा, होर सारे इंसानां दा, वो इस बोल विगाड़ किया है। जे को आखे बोल विगाड़ तो लिखिए सिर गवारा गवार। एक परमेश्वर का नाम नूं जपना है। दीख्या किसी गुरु को भी लै लो, जिस गुरु को भी दीख्या लऊगा वो तुहाडे पिछे होएगा। जिन्हें खंडे बाटे की पौल थानी दसम पातशाह नूं दीख्या लई है, वो पिछे 10 गुरु, 5 प्यारे और 4 साहिबजादे हाज़र है।
खंडे वाटे की पौल सारे 10 गुरु, क्योंकि वह गुरु घर का मंत्र यो है वाहिगुरु और फतेह के दे जाते हैं बोल वाहिगुरु जी का खालसा वाहिगुरु जी को गुरमंत्र मिल जाता। इस करके अपने अपने गुरु का मंत्र जपना है। तो वह महाराज कहता भी वह जिथे एक तो वध वारी रिपीट हो जाए जपना लिशारा जिदा हर हर, इस तरह गुरु गुरु जपे मीत हमारे मुख उजल होवे दरबारे। तो महाराज इसे कहते भी गुरमुखे प्राणी और नाल गुरमुखे लफ्ज़ दे गए भी अगुण भी छड्डने पैणे। गुरमुखे प्राणी मुक्त है हर हर नाम संभाले, ए गुरमुखे प्राणी मुक्त हर हर नाम संभाले, ए गुरमुखे प्राणी मुक्त हर हर नाम संभाले। वागरू वागरू ने लिखे आ सारे परमेश्वर के नामां नूं इस ज्ञान नाल जप्फी पाई है। तद ये ग्लोबल ज्ञान है, सारी दुनिया के मैन काइंड के भले लिए है। परमेश्वर का एक नाम जपो और जिथे इसे ज्ञान के विच एक तो वध वारी लिखे जाए वो अपने अपने मंत्र जपने का हुक्म है। मन कर हल्ला विचारिया मन मुख फातिया महाजाले, मन कर हल्ला विचारिया मन मुख फातिया महाजाले, एक गुरमुखे प्राणी मुक्त है हरे हरे नाम संभाले, एक गुरमुखे प्राणी मुक्त है हरे हरे नाम संभाले। मन कर हल्ला मेरे प्यारिया सतसंग ते सतगुर पाले, मन कर हल्ला मेरे प्यारिया सतसंग ते सतगुर पाले, ए सतसंग ते लगे हर प्यारिया हर चले तेरे नाले, सतसंग ते लग हर ध्याइए हर हर तेरे नाले। मन कर हल्ला वड भागिया हर एक नदर निहाले, मन कर हल्ला वड भागिया हर एक नदर निहाले, ए आपे छड़ाए छूटी है सतगुर चरण संभाले, ए आपे छड़ाए छूटी है सतगुर चरण संभाले। मन कर हल्ला मेरे प्यारिया बिच तेरी जोत संभाले, मन कर हल्ला मेरे प्यारिया बिच तेरी जोत संभाले, गुरे नानक नाम बथालिया हर दात करी दयाल, गुरे नानक नाम बथालिया हर दात करी दयाल। मन कर हल्ला तू चंचला चतराई छड़े कराले, मन कर हल्ला तू चंचला चतराई छड़े कराले, ए हर हर नाम संभाले तू हर मुक्त करे अंत काले, ए हर हर नाम संभाले तू हर मुक्त करे अंत काले। मन कर हल्ला वड भागिया तू ज्ञान रतन संभाले, ज्ञान कर हल्ला भागिया तू ज्ञान रतन संभाले, एक घोर ज्ञान खड़गा जम मारिया जम काले, एक घोर ज्ञान खड़गा ते सारिया जम मारिया जम काले, ए अंतर निदाने मान कर हल्ले पर में पावे बाहरे पाले, ए अंतरे निदान मान कर हल्ले पर में पावे बाहरे पाले, ए पर में पावे बाहरे पाले, पर में पावे बाहरे पाले, पर में पावे बाहरे पाले, पर में पावे बाहर पाले, एक गुरपुरख पूरा हर सज्जन लगड़ा नाले, एक गुरपुरख पूरा हर सज्जन लगड़ा नाले, ए रंग रतड़े मन कर हले हर हर रंग सदा समाले, बाबा रंग रतड़े मन कर हले हर रंग सदा समाले, हर रंग कदे ना उतरे गुर सेवा शब्द संभाले, ए हर रंग कदे ना उतरे गुर सेवा शब्द संभाले, ए हम पंखी मन कर हले हर कर और गया काले, ए हम पंखी मन कर बरे हर
आई हम पंखी मन कर हल्ले हर कर बर पुरखिया खाले। हे मन कर हल्ले हम पंखी मन कर हल्ले हर कर पुरखिया खाले। हे वड भागी गुरमुखे पाया जन नानक नाम संभाले। हे वड भागी पाया जन नानक नाम संभाले। हे गुरपुरख पूरा भेटिया सतड़ा नाले। गुरपुरख पूरा भेटिया सतड़ा नाले। इसे सज्जन नूं साधु गया। अगला असी शब्द चलदा रखांगे। पन्ना है 1178 और ऐसा साफ करेगा ये लफज कि उसे सतगुरु ने जन भी किया है। जन आम भी है पर साधु जन जिथे लिखिया वो सतगुरु जन है, बाहर बौड़ी वाला साधु नहीं। ਇਹੋ ਅਸੀਂ ਥੀਸਿਸ ਲਈ ਆ ਰਹੇ ਹਾਂ ਔਰ ਭਰਮ ਕੱਟੀ ਆ ਰਹੇ ਹਾਂ। ਗਿਆਨ ਸਮਝੋ ਬਾਣੀ ਦਾ। ਇਹ 'ਚ ਦੇਹ ਨਹੀਂ, ਦੇਹ ਸਾਰੇ ਗਿਆਨ 'ਚ ਭੱਜੀ ਪਈ ਹੈ। ਦੇਹੀ ਨੂੰ ਇਹ ਗਿਆਨ ਨਹੀਂ ਮੰਨਦਾ, ਦੇਹੀ ਕੱਚ ਹੀ ਹੈ। ਇਸ ਕਰਕੇ ਸਾਡਾ ਸਾਧੂ ਕਿੱਥੇ ਹੈ? ਔਰ ਰੱਬ ਨੂੰ ਅੰਦਰੋਂ ਆਵਾਜ਼ ਰਹਾਉ ਦੀ ਤੁਕ ਮਾਰ ਰਹੀ ਹੈ ਕਿ ਹੇ ਮੇਰੇ ਮਾਧੋ, ਹੇ ਅਕਾਲ ਪੁਰਖ, ਮੈਨੂੰ ਉਹ ਸਾਧੂ ਜਨ ਦੇ ਮਿਲਾ ਜਿਹਦੇ ਦੇਖਣ ਨਾਲ ਮੇਰੇ ਫਿਰ ਸਾਰੇ ਪਾਪ ਨਸ ਜਾਣ। ਇਹ ਬੌੜੀ ਨਹੀਂ ਇਹਦੀ। ਇਸ ਕਰਕੇ ਅਸੀਂ ਮਹੱਲੇ ਚੌਥੇ ਦਾ ਔਰ शब्द ले रहे हैं। पन्ना है 1178 1178 पन्ना और हौदी चुक और ये शब्द चलता रखांगे। माधो साधु जन देहो मिलाए। माधो साधु जन दे ਹੁਣ ਕਿਹੜੇ ਰੱਬ ਨੂੰ ਕਿਹੜੇ ਸਾਧੂ ਜਨ ਲਈ ਸ਼ਬਦ ਲੇਲਕੜੀਆਂ ਕੱਢ ਰਿਹਾ। ਸ਼ਬਦ ਬੇਨਤੀ ਕਰ ਰਹੇ, ਮਹਾਰਾਜ ਮੈਨੂੰ ਆਹ ਸਾਧੂ ਦੇ ਜਿਹਦੇ ਦੇਖਤ ਦਰਸ ਪਾਪ ਸਭ ਨਾਸੇ। ਜਦੋਂ ਮੇਰੇ ਅੰਦਰ ਆ ਗਿਆ ਉਹਦੇ ਦਰਸ਼ਨ ਕਰਕੇ ਮੇਰੇ ਸਾਰੇ ਪਾਪ ਪਵਿੱਤਰ ਪਰਮ ਪਦ ਪਾਏ। ਆ ਕੋਈ ਬਾਹਰਲਾ ਬੌੜੀ ਵਾਲਾ ਸਾਧੂ ਨਹੀਂ ਕੰਮ ਕਰ ਸਕਦਾ। ਮਾਧੋ साधु जन दे मिलाए। देखत दरस पाप सब नासे। देखत दरस पाप सब नासे। पवित्र परम पद पाए। दर्शन करने है तो नाम जप। जिदा गुरु नानक ने अपने अंदर वो साधु खड़ा किया और उन्होंने अपना तरीका लुको के नहीं रखा भी वो किस तरह अंदर प्रगट होना है। एक आखे शब्द पाखै। एक आखे शब्द पाखै। अर्ध पुरख दे